हेलो स्टूडेंट्स, हाउ आर यू? वेलकम टू योर ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਬਾਇਓਡਾਇਵਰਸਿਟੀ ਦੇ ਵਿੱਚ ਅਸੀਂ ਪੜ੍ਹ ਲਿਆ ਸੀਗਾ ਕਿ ਲਾਸ ਬਾਇਓਡਾਇਵਰਸਿਟੀ ਕੀ ਹੁੰਦੀ ਆ ਅਤੇ ਬਾਇਓਡਾਇਵਰਸਿਟੀ ਨੂੰ ਕਿਵੇਂ ਨੁਕਸਾਨ ਪਹੁੰਚਦਾ ਆ। ਅਤੇ ਉਹਦੇ ਵਿੱਚ ਇੱਕ ਆਪਾਂ ਕੰਸੈਪਟ ਪੜ੍ਹਿਆ ਸੀਗਾ ਕਿ ਇੰਪੋਰਟੈਂਸ ਆਫ ਸਪੀਸ਼ੀਜ਼ ਡਾਇਵਰਸਿਟੀ ਕੀ ਹੁੰਦੀ ਹੈ। ਅਤੇ ਉਹਦੇ ਵਿੱਚ ਮੈਂ ਤੁਹਾਨੂੰ ਸਿਰਫ ਬਰੀਫ ਪੁਆਇੰਟਸ ਦੱਸੇ ਸੀਗੇ। ਅੱਜ ਇਹਦੇ ਵਿੱਚ ਜਿੰਨਾ ਕੁ ਲਿਖਣਾ ਆ ਤੁਹਾਡੇ ਪੇਪਰ 'ਚ ਓਨਾ ਕੁ ਮੈਂ ਲਿਖਤਾ ਇਹਦੇ ਵਿੱਚ ਕਿ ਇੱਕ ਕਮਿਊਨਿਟੀ ਜਿਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਪੀਸ਼ੀਜ਼ ਆਉਂਦੇ ਆ ਉਹ ਸਟੇਬਲ ਹੋ ਸਕਦੀ, ਉਹ ਜ਼ਿਆਦਾ ਸਟੇਬਲ ਹੁੰਦੀ ਆ ਐਜ਼ ਕੰਪੇਅਰ ਟੂ ਕਮਿਊਨਿਟੀ ਵਿਦ ਲੈਸ ਸਪੀਸ਼ੀਜ਼। ਮਤਲਬ ਇੱਕ ਕਮਿਊਨਿਟੀ ਹੈ, ਸਪੋਜ਼ ਗੜਸ਼ੰਕਰ ਆ, ਗੜਸ਼ੰਕਰ ਦੇ ਵਿੱਚ ਬਹੁਤ ਸਾਰੇ ਲਾਰਜ ਨੰਬਰ ਆਫ ਸਪੀਸ਼ੀਜ਼ ਆਉਂਦੇ ਆ, ਤਾਂ ਉਹ ਕਮਿਊਨਿਟੀ ਜਿਹੜੀ ਹੈ ਸਟੇਬਲ ਮੰਨੀ ਜਾਊਗੀ ਰਾਦਰ ਦੈਨ ਮੰਨ ਲਓ ਨਵਾਂ ਸ਼ਹਿਰ ਆ ਜਿੱਥੇ ਬਹੁਤ ਘੱਟ ਸਪੀਸ਼ੀਜ਼ ਆ ਨਵਾਂ ਸ਼ਹਿਰ ਨਾਲੋਂ। ਫਿਰ ਜੇ ਅਸੀਂ ਗੱਲ ਕਰੀਏ ਕਿ ਕੀ ਸਟੇਬਲ ਕਮਿਊਨਿਟੀ ਹੁੰਦੀ ਆ ਅਤੇ ਉਹਦੇ ਕੀ ਕਰੈਕਟਰਸ ਆ, ਤਾਂ ਇੱਕ ਆਪਾਂ ਕੰਸੈਪਟ ਪੜ੍ਹਿਆ ਸੀ ਪ੍ਰੋਡਕਟਿਵਿਟੀ। ਜਿਹੜੀ ਸਟੇਬਲ ਕਮਿਊਨਿਟੀ ਮਤਲਬ ਪ੍ਰੋਡਕਟਿਵਿਟੀ ਜਿਹੜੀ ਆ ਉਹ ਸਟੇਬਲ ਹੋਣੀ ਚਾਹੀਦੀ। ਉਹ ਵੀ ਇਹ ਨਹੀਂ ਕਿ ਵੇਰੀ ਕਰੇ ਕਿ ਕਿਸੇ ਸਾਲ ਪ੍ਰੋਡਕਟਿਵਿਟੀ ਬਹੁਤ ਘੱਟ ਗਈ ਅਤੇ ਕਿਸੇ ਸਾਲ ਬਹੁਤ ਜ਼ਿਆਦਾ ਰਹੀ। ਉਹਨਾਂ 'ਚ ਬਹੁਤ ਘੱਟ ਵੇਰੀਏਸ਼ਨ ਹੋਣਾ ਚਾਹੀਦਾ ਸਾਲਾਂ ਬੱਧੀ, ਮਤਲਬ ਬਹੁਤ ਸਾਲਾਂ ਬਾਅਦ ਘੱਟ ਗਈ ਜਾਂ ਵੱਧ ਗਈ, ਉਹ ਓਨਾ ਕੁ ਵੇਰੀਏਸ਼ਨ ਹੋਣਾ ਚਾਹੀਦਾ, ਤਾਂ ਅਸੀਂ ਉਹਨੂੰ ਸਟੇਬਲ ਕਮਿਊਨਿਟੀ ਮੰਨਾਂਗੇ। ਅਤੇ ਕਮਿਊਨਿਟੀ ਜਿਹੜੀ ਆ ਕਮਿਊਨਿਟੀ ਜਿਹੜੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਵੇਰੀਏਸ਼ਨਸ ਜੇ ਆਉਂਦੇ ਆ ਤਾਂ ਉਹਨੂੰ ਅਸੀਂ ਡਿਵਲਪਿੰਗ ਕਮਿਊਨਿਟੀ ਕਹਾਂਗੇ, ਸਟੇਬਲ ਨਹੀਂ ਕਹਾਂਗੇ। ਪਰ ਅਸੀਂ ਗੱਲ ਸਟੇਬਲ ਦੀ ਕਰ ਰਹੇ ਹਾਂ ਤਾਂ ਮਤਲਬ ਕਿਸੇ ਵੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਵੇਰੀਏਸ਼ਨਸ ਹੋਣੇ ਚਾਹੀਦੇ ਆ, ਤਾਂ ਅਸੀਂ ਉਹਨੂੰ ਸਟੇਬਲ ਕਮਿਊਨਿਟੀ ਮੰਨਾਂਗੇ। ਫਿਰ ਜਿਹੜੀ ਸਟੇਬਲ ਕਮਿਊਨਿਟੀ, ਸਟੇਬਲ ਦਾ ਮਤਲਬ ਹੁੰਦਾ ਜਿਹੜੀ ਵੈਲ ਡਿਵਲਪਡ ਕਮਿਊਨਿਟੀ ਹੋ ਜਾਂਦੀ ਆ ਸਾਲ ਲਗਾ ਕੇ ਬਹੁਤ ਸਾਲਾਂ ਬਾਅਦ, ਤਾਂ ਉਹ ਸੀਜ਼ਨਲ ਡਿਸਟਰਬੈਂਸ ਨੂੰ ਬਰਦਾਸ਼ਤ ਕਰ ਸਕਦੀ ਹੈ। ਇਹ ਨਹੀਂ ਹੈਗਾ ਕਿ ਮਾੜਾ ਜਿਹਾ ਹਨੇਰੀ ਆਈ ਕਮਿਊਨਿਟੀ ਤਹਿਸ ਨਹਿਸ ਹੋ ਜਾਊਗੀ ਜਾਂ ਡਿੱਗ ਜਾਊਗੀ, ਖ਼ਤਮ ਹੋ ਜਾਊਗੀ। ਉਹ ਰੈਜ਼ਿਸਟੈਂਸ ਹੁੰਦੀ ਹੈ। ਰੈਜ਼ਿਸਟੈਂਸ ਮਤਲਬ ਸਹਿਣ ਕਰਨ ਦੀ ਜਿਹਦੇ 'ਚ ਕਪੈਸਿਟੀ ਹੁੰਦੀ ਹੈ ਟੂ ਸੀਜ਼ਨਲ ਡਿਸਟਰਬੈਂਸ। ਅਤੇ ਚਾਹੇ ਬਾਹਰੋਂ ਜਿੰਨੇ ਮਰਜ਼ੀ ਸਪੀਸ਼ੀਜ਼ ਆਉਣ ਤਾਂ ਵੀ ਉਹ ਬਰਦਾਸ਼ਤ ਕਰ ਲੈਂਦੀ ਆ। ਜਿਹੜੀ ਕਮਿਊਨਿਟੀ ਬਰਦਾਸ਼ਤ ਕਰ ਪਵੇ ਉਹਨੂੰ ਅਸੀਂ ਕਹਿੰਦੇ ਹਾਂ ਸਟੇਬਲ ਕਮਿਊਨਿਟੀ। ਫਿਰ ਬੇਟਾ ਇੱਕ ਕੰਸੈਪਟ ਹੈਗਾ ਆ ਐਂਡੇਮਿਕ ਸਪੀਸ਼ੀਜ਼। ਹੁਣ ਐਨ ਮਤਲਬ ਹੁੰਦਾ ਆ ਅੰਦਰ ਆਉਣਾ। The species that confined to particular area is called as endemic species। ਮਤਲਬ ਇਸ ਕਮਿਊਨਿਟੀ ਦੇ ਅੰਦਰ ਜਿਹੜੇ ਸਪੀਸ਼ੀਜ਼ ਰਹਿੰਦੇ ਆ ਉਹਨੂੰ ਅਸੀਂ ਕਹਿੰਦੇ ਹਾਂ ਐਂਡੇਮਿਕ ਸਪੀਸ਼ੀਜ਼। ਮਤਲਬ ਕੋਈ ਪਰਟੀਕੂਲਰ ਏਰੀਆ 'ਚ ਕੋਈ ਸਪੀਸ਼ੀਜ਼ ਅਗਰ ਕਨਫਾਈਨਡ ਹੋ ਜਾਵੇ, ਜਿੱਦਾਂ ਕੰਗਾਰੂ ਆਸਟ੍ਰੇਲੀਆ 'ਚ ਹੀ ਮਿਲਦੇ ਆ, ਤਾਂ ਉਹ ਉੱਥੇ ਦਾ ਐਂਡੇਮਿਕ ਸਪੀਸ਼ੀਜ਼ ਆ। ਕੁਛ ਇੰਡੀਆ ਦੇ ਐਂਡੇਮਿਕ ਸਪੀਸ਼ੀਜ਼ ਹੈਗੇ ਆ, ਜਿਵੇਂ ਨੀਲਗਿਰੀ ਲੰਗੂਰ ਹੋ ਗਿਆ। ਦੈਨ ਇਹ ਨੀਲਗਿਰੀ ਜਿਹੜਾ ਆ ਵੈਸਟਰਨ ਘਾਟ ਸਾਊਥ ਇੰਡੀਆ ਕੇਰਲ ਕਰਨਾਟਕਾ ਵੱਲ ਮਿਲਦਾ ਆ। ਅਤੇ ਕੋਡਿਆਰ ਹਿਲਸ ਤਾਮਿਲਨਾਡੂ ਹੋਰ ਹਿਲੀ ਏਰੀਆਜ਼ 'ਚ ਤੁਹਾਨੂੰ ਇਹ ਵਾਲਾ ਲੰਗੂਰ ਜਿਹੜਾ ਮਿਲ ਜਾਊਗਾ। ਫਿਰ ਆਪਾਂ ਉਸ ਦਿਨ ਬੇਟਾ ਥੋੜ੍ਹੀ ਜਿਹੀ ਗੱਲ ਕੀਤੀ ਸੀਗੀ ਕਿ ਕਾਜ਼ਸ ਆਫ ਬਾਇਓਡਾਇਵਰਸਿਟੀ ਲਾਸ ਕੀ ਆ, ਕਿਵੇਂ ਬਾਇਓਡਾਇਵਰਸਿਟੀ ਜਿਹੜੀ ਆ ਉਹ ਕਿਉਂ ਖ਼ਤਮ ਹੋਈ ਆ, ਕਿਹਨਾਂ ਕਾਰਨਾਂ ਕਰਕੇ ਬਾਇਓਡਾਇਵਰਸਿਟੀ ਨੂੰ ਨੁਕਸਾਨ ਪਹੁੰਚਿਆ। ਤਾਂ ਉਹਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਹੈਬੀਟੈਟ ਲਾਸ, ਓਵਰ ਐਕਸਪਲੋਇਟੇਸ਼ਨ, ਏਲੀਅਨ ਸਪੀਸ਼ੀਜ਼। ਹੁਣ ਆਪਾਂ ਸਟਾਰਟ ਕਰਦੇ ਹਾਂ। ਫਸਟ ਜਿਹੜਾ ਹੈਗਾ ਆ ਹੈਬਿਟ ਲਾਸ। ਹੈਬੀਟੈਟ ਲਾਸ ਔਰ ਫਰੈਗਮੈਂਟੇਸ਼ਨ ਕੀ ਹੁੰਦਾ ਹੈ ਬੇਟੇ, ਕਿ ਜਦੋਂ ਕਿਸੇ ਵੀ ਹੈਬੀਟੈਟ ਘਰ, ਹੈਬੀਟੈਟ ਦਾ ਮਤਲਬ ਹੁੰਦਾ ਘਰ ਦਾ ਡਿਸਟਰਕਸ਼ਨ ਮਤਲਬ ਹੁੰਦਾ ਤਹਿਸ ਨਹਿਸ ਹੋਣਾ। ਇਹ ਪ੍ਰਾਇਮਰੀ ਕਾਜ਼ ਆ ਐਕਸਟਿੰਕਸ਼ਨ ਆਫ ਸਪੀਸ਼ੀਜ਼।
ਮਤਲਬ ਸਭ ਤੋਂ ਪਹਿਲਾਂ ਜੇ ਕਿਸੇ ਦਾ ਤੁਸੀਂ ਘਰ ਹੀ ਉਜਾੜਤਾ, ਕਿਸੇ ਕਾਰਨ ਘਰ ਉੱਜੜ ਗਿਆ, ਤਾਂ ਆਪਣੇ ਆਪ ਹੀ ਉਹ ਸਪੀਸ਼ੀਜ਼ ਨੇ ਮਰ ਜਾਣਾ ਆ। ਮਰ ਜਾਣਾ ਆ ਮਤਲਬ ਖ਼ਤਮ ਹੋਣਾ ਆ ਦੁਨੀਆ ਤੋਂ, ਤਾਂ ਉਹਨੂੰ ਅਸੀਂ ਕਹਿ ਦੇਣਾ ਐਕਸਟਿੰਕਸ਼ਨ। ਹੁਣ ਟ੍ਰੋਪੀਕਲ ਰੇਨ ਫੋਰੈਸਟ ਦੇ ਵਿੱਚ ਪਹਿਲਾਂ 14% ਧਰਤੀ ਸੀਗੀ, ਪਰ ਹੁਣ ਸਿਰਫ ਅਸੀਂ ਉੱਥੇ ਮਾਲਸ ਬਣਾ ਲਏ, ਸਿਨੇਮਾ ਹਾਲ ਬਣਾ ਲਏ, ਘਰ ਬਣਾ ਲਏ, ਤਾਂ ਸਿਰਫ 6% ਰਹਿ ਗਿਆ ਟ੍ਰੋਪੀਕਲ ਰੇਨ ਫੋਰੈਸਟ। ਇਹ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਫਿਰ ਜੇ ਅਸੀਂ ਐਮਾਜ਼ਨ ਰੇਨ ਫੋਰੈਸਟ ਦੀ ਗੱਲ ਕਰੀਏ, ਇਹ ਵੈਰੀ ਇੰਪੋਰਟੈਂਟ ਹੈ। ਇਹ ਤੁਹਾਨੂੰ ਪੁੱਛ ਸਕਦੇ ਆ। ਇਹਨਾਂ ਨੂੰ ਲੰਗਸ ਆਫ ਦਾ ਪਲੈਨਟ ਕਹਿੰਦੇ ਆ। ਮਤਲਬ ਇਹ ਇੰਨੇ ਡੈਂਸ ਔਰ ਅੱਛੇ ਫੋਰੈਸਟ ਹੈ, ਇੰਨੇ ਜ਼ਿਆਦਾ ਉੱਥੇ ਟਰੀਜ਼ ਦੀ ਸਪੀਸ਼ੀਜ਼ ਮਿਲਦੀਆਂ ਆ ਔਰ ਆਕਸੀਜਨ ਦਿੰਦੇ, ਇਸ ਕਰਕੇ ਆਪਾਂ ਇਹਨਾਂ ਨੂੰ ਲੰਗਸ ਆਫ ਦਾ ਪਲੈਨਟ ਕਹਿੰਦੇ ਆ। ਜਦੋਂ ਹੁਣ ਵੱਡਾ ਇੱਕ ਹੈਬੀਟੈਟ ਟੁੱਟਦਾ ਆ ਛੋਟੇ ਛੋਟੇ ਟੁਕੜਿਆਂ 'ਚ ਹਿਊਮਨ ਐਕਟੀਵਿਟੀਜ਼ ਦੇ ਕਾਰਨ, ਤਾਂ ਕੁਛ ਐਨੀਮਲਸ ਨੂੰ ਬਹੁਤ ਛਤੀ ਪਹੁੰਚਦੀ ਹੈ, ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ, ਬੈਡਲੀ ਅਫੈਕਟਡ ਹੁੰਦੇ ਆ ਔਰ ਅਸੀਂ ਉਹਨਾਂ ਦੀ ਲਾਈਫ ਜਿਹੜੀ ਆ ਘਰ ਉਜਾੜ ਕੇ ਉਹਨਾਂ ਦੀ ਲਾਈਫ ਖਤਰੇ 'ਚ ਪਾ ਦਿੰਦੇ ਹਾਂ, ਥ੍ਰੈਟਨ ਕਰ ਦਿੰਦੇ ਹਾਂ। ਤਾਂ ਇਹ ਸੀਗਾ ਹਿਊਮਨ ਲੋਸ ਕਿੱਦਾਂ ਹੁੰਦਾ ਆ, ਜਾਂ ਬੰਦੇ ਕਿੱਦਾਂ ਲੋਸ ਕਰਦੇ ਆ ਬਾਇਓਡਾਇਵਰਸਿਟੀ ਨੂੰ। ਆਪਣੇ ਸੈਲਫਿਸ਼ਨੈਸ ਲਈ ਮਾਲ, ਸਿਨੇਮਾ ਘਰ ਬਣਾਉਂਦੇ ਆ, ਬਿਲਡਿੰਗਸ ਬਣਾਉਂਦੇ ਆ, ਅਤੇ ਉਹਨਾਂ ਦਾ ਘਰ ਡਿਸਟਰੋਏ ਹੋ ਜਾਂਦਾ ਹੈ, ਜਿਹਦੇ ਕਾਰਨ ਪੰਛੀ ਪਸ਼ੂ ਮਰਦੇ ਜਾ ਰਹੇ ਆ, ਜਾਨਵਰ। ਫਿਰ ਗੱਲ ਹੈਗੀ ਹੈ ਓਵਰ ਐਕਸਪਲਾਇਟੇਸ਼ਨ। ਓਵਰ ਮਤਲਬ ਬਹੁਤ ਜ਼ਿਆਦਾ, ਐਕਸਪਲਾਇਟੇਸ਼ਨ ਮਤਲਬ ਬਰਬਾਦ ਕਰਨਾ। ਹੁਣ ਇੰਨੇ ਸਾਲਾਂ ਤੋਂ ਜਿਵੇਂ ਅਸੀਂ ਪੈਟਰੋਲ ਹੋ ਗਿਆ ਅਤੇ ਥੱਲਿਓ ਰਿਫਾਈਨ ਕੋਲਾ ਹੋ ਗਿਆ, ਇਹ ਵਰਤਦੇ ਆ ਰਹੇ ਹਾਂ, ਪਾਣੀ ਵਰਤਦੇ ਆ ਰਹੇ ਹਾਂ। ਹੁਣ ਰੋਜ਼ TV 'ਚ ਆਉਂਦਾ ਨਾ, ਪਾਣੀ ਕੀ ਬੂੰਦ ਜਿਹੜੀ ਆ ਉਹ ਮਹੱਤਵਪੂਰਨ ਆ ਅਤੇ ਉਹਨੂੰ ਬਚਾਓ। ਤਾਂ ਉਹ ਸਾਡਾ ਇੱਕ ਨੈਚੁਰਲ ਰਿਸੋਰਸ ਆ ਵਾਟਰ ਨੂੰ। ਤਾਂ ਇੰਨੇ ਜਿਹੜੇ ਨੈਚੁਰਲ ਰਿਸੋਰਸਿਸ ਅਸੀਂ ਇੰਨੇ ਜ਼ਿਆਦਾ ਆਪਣੇ ਯੂਜ਼ ਕਰ ਲਏ ਆ, ਆਪਣੇ ਕਹਿ ਲਓ ਲਾਲਚ ਲਈ ਬੰਦਿਆਂ ਨੇ ਯੂਜ਼ ਕਰ ਲਏ ਆ। ਤਾਂ ਉਹਦੇ ਨਾਲ ਕੀ ਹੋਇਆ, ਡੀਗ੍ਰੇਡੇਸ਼ਨ ਅਤੇ ਐਕਸਟਿੰਕਸ਼ਨ ਆਫ ਰਿਸੋਰਸਿਸ ਹੋਇਆ। ਹੁਣ ਜਦੋਂ ਐਕਸਟਿੰਕਸ਼ਨ ਆਫ ਰਿਸੋਰਸਿਸ ਹੋ ਗਿਆ, ਡੀਗ੍ਰੇਡੇਸ਼ਨ ਹੋ ਗਿਆ, ਤਾਂ ਜਿੱਦਾਂ ਜਿਹੜੇ ਜਾਨਵਰ ਉਹਨਾਂ ਰਿਸੋਰਸਿਸ ਦੇ ਵਿੱਚ ਰਹਿੰਦੇ ਸੀ ਜਾਂ ਉਹਨਾਂ 'ਤੇ ਨਿਰਭਰ ਸੀਗੇ, ਉਹਨਾਂ ਦੀ ਵੀ ਗਿਣਤੀ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ। ਫੋਰ ਐਗਜ਼ਾਮਪਲ ਸਟੀਲਰ ਸੀ ਕਾਓ, ਪੈਸੇਂਜਰ ਪੀਜਨ। ਹੁਣ ਤੁਸੀਂ ਲੋਕਡਾਊਨ ਵੇਲੇ ਦੇਖਿਆ ਸੀਗਾ ਨਾ ਕਿ ਸ਼ਾਇਦ ਬੰਬੇ ਦਾ ਹੀ ਨਿਊਜ਼ 'ਚ ਦਿਖਾ ਰਹੇ ਸੀਗੇ ਕਿ ਜੇ ਬੰਦੇ ਨੇ ਬਾਹਰ ਨਿਕਲਦੇ, ਬਾਹਰ ਖਾਣਾ ਨਹੀਂ ਪੈਂਦਾ ਹੈਗਾ, ਤਾਂ ਪੀਜਨ ਵੀ ਵਿਚਾਰੇ ਭੁੱਖੇ, ਕਈ ਪੀਜਨਸ ਮਰ ਗਏ, ਜੇ ਤੁਹਾਨੂੰ ਯਾਦ ਹੋਵੇ ਲੋਕਡਾਊਨ ਦੀ ਨਿਊਜ਼। ਤਾਂ ਇਸ ਤਰ੍ਹਾਂ ਚਲੋ ਉਹ ਤਾਂ ਇੱਕ ਪ੍ਰਾਕ੍ਰਿਤਿਕ ਆਪਦਾ ਸੀਗੇ, ਮਹਾਂਮਾਰੀ ਕਾਰਨ ਮਰੇ ਕਿ ਫੂਡ ਨਹੀਂ ਮਿਲਿਆ ਉਹਨਾਂ ਨੂੰ ਤਾਂ ਮਰ ਗਏ। ਪਰ ਅਸੀਂ ਜਦੋਂ ਹੁਣ ਕੋਈ ਏਰੀਆ ਉਜਾੜਿਆ, ਕੋਈ ਰਿਸੋਰਸਿਸ ਉਜਾੜੇ, ਤਾਂ ਆਪਣੇ ਆਪ ਹੀ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਜਾਂਦੀ ਹੈ। ਫਿਰ ਜੇ ਅਸੀਂ ਗੱਲ ਕਰੀਏ ਏਲੀਅਨ ਸਪੀਸ਼ੀਜ਼ ਇਨਵੇਜਨ। ਏਲੀਅਨ ਮਤਲਬ ਹੁੰਦਾ ਆ ਬਾਹਰੋਂ, ਸਪੀਸ਼ੀਜ਼ ਪ੍ਰਜਾਤੀ, ਅਤੇ ਇਨਵੇਜਨ ਮਤਲਬ ਅੰਦਰ ਆਉਣਾ, ਸਾਡੇ ਘਰ ਦੇ ਅੰਦਰ ਬਾਹਰੋਂ ਕੋਈ ਆਉਣਾ। ਇੰਟਰੋਡਕਸ਼ਨ ਆਫ ਨਾਈਲ ਪਰਚ ਇਨਟੂ ਲੇਕ ਵਿਕਟੋਰੀਆ। ਨਾਈਲ ਨਦੀ ਆ, ਲੇਕ ਵਿਕਟੋਰੀਆ ਨਾਈਲ ਜਿਹੜਾ ਆ ਉਹ ਫਿਸ਼ ਦੀ ਵੈਰਾਈਟੀ ਆ, ਲੇਕ ਵਿਕਟੋਰੀਆ ਲੇਕ ਦਾ ਨਾਮ ਆ। ਤਾਂ ਇਹ ਫਿਸ਼ ਜਦੋਂ ਲੇਕ ਵਿਕਟੋਰੀਆ 'ਚ ਆ ਗਈ, ਤਾਂ ਇਹਦੇ ਨਾਲ 200 ਦੂਸਰੀ ਜਿਹੜੀਆਂ ਚੀਚਿਡ ਫਿਸ਼ ਦੀਆਂ, ਆਹ ਵਾਲੀ ਫਿਸ਼ ਦੀਆਂ ਜਾਤੀਆਂ ਸੀਗੀਆਂ, ਉਹ ਖ਼ਤਮ ਹੋ ਗਈਆਂ, ਕਿਉਂਕਿ ਇਹਨੂੰ ਆਪਣਾ ਫੂਡ ਬਣਾ ਲਿਆ, ਫੂਡ ਚੇਨ ਚੱਲਣ ਲੱਗ ਪਈ ਉੱਥੇ। ਤਾਂ ਓਬਵੀਅਸ ਹੈ ਕਿ ਜਦ ਇਹ ਇੱਕੋ ਹੀ ਮੱਛੀ ਇਹਨਾਂ ਨੂੰ ਖਾਈ ਜਾਊਗੀ ਤਾਂ ਇਹਨਾਂ ਦੀ ਗਿਣਤੀ ਘਟਣੀ ਸੀਗੀ। ਤਾਂ ਕਰਕੇ ਇੱਦਾਂ ਵੀ ਕਈ ਜਾਨਵਰ ਜਾਂ ਪੰਛੀ ਜਦੋਂ ਜਾਂ ਕੋਈ ਪੌਦਾ ਬਾਹਰੋਂ ਆਉਂਦਾ ਆ, ਤਾਂ ਉਹ ਜਿਹੜਾ ਉਸੇ ਹੀ ਜਗ੍ਹਾ 'ਤੇ ਕਨਫਾਈਨਡ ਹੁੰਦਾ ਆ, ਰਹਿੰਦਾ ਆ, ਜਾਨਵਰ, ਪੰਛੀ, ਪਲਾਂਟ, ਉਹਨੂੰ ਖਤਰਾ ਹੋ ਜਾਂਦਾ ਆ, ਉਹਦੀ ਗਿਣਤੀ ਘੱਟ ਜਾਂਦੀ, ਉਹ ਮਰ ਜਾਂਦੇ ਆ ਜਾਂ ਉਹ ਮਾਰ ਦਿੰਦੇ ਆ ਉਹਨੂੰ। ਫਿਰ ਬੇਟਾ ਏਲੀਅਨ ਸਪੀਸ਼ੀਜ਼ ਇਨਵੇਜਨ, ਹੋਰ ਸਪੀਸ਼ੀਜ਼ ਜਿਹੜੀਆਂ ਸੀਗੀਆਂ
कि इलीगल इंट्रोडक्शन ऑफ अफ्रीकन कैटफिश क्लैरिस गैरपीनियस इज पॉइजनिंग थ्रेट टू कैट ਜਿਹੜੀ ਇੰਡੀਜੀਨਸ ਮਤਲਬ ਇੰਡੀਆ 'ਚ ਜਿਹੜੀਆਂ ਰਹਿੰਦੀਆਂ ਆ ਆਪਣੇ ਘਰ 'ਚ ਜਿਹੜੀਆਂ ਰਹਿੰਦੀਆਂ ਆ ਬਾਹਰੋਂ ਆ ਕੇ ਅਫਰੀਕਨ ਕੈਟਫਿਸ਼ ਨੇ ਇੰਡੀਅਨ ਫਿਸ਼ਿਸ ਨੂੰ ਕੈਟਫਿਸ਼ਿਸ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰਤਾ ਆ। ਹੁਣ ਇਹ ਡਿਪੈਂਡ ਕਰੂਗਾ ਕਿ ਕਿਵੇਂ ਆ ਗਈਆਂ, ਜਾਂ ਤਾਂ ਉਹ ਸਮੁੰਦਰਾਂ ਦੇ ਰਾਹੀਂ ਇੱਕ ਅੱਧੀ ਰਸਤਾ ਭੁੱਲ ਕੇ ਅੱਗੇ ਅੱਗੇ ਚੱਲਦੀ ਪਹੁੰਚ ਗਈ, ਜਾਂ ਫਿਰ ਕੋਈ ਬੰਦਾ ਗਿਆ ਉਹ ਲਿਆ ਕੇ ਉਹਨੇ ਇੱਥੇ ਪਹਿਲਾਂ ਪਾ ਲਈ, ਫਿਰ ਉਹਨੂੰ ਉਸ ਜਗ੍ਹਾ 'ਤੇ ਛੱਡਤਾ ਅਤੇ ਉਹਨੇ ਗਰੋ ਕਰਕੇ ਫਿਰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ। ਇਹ ਤਾਂ ਡਿਪੈਂਡ ਕਰੂਗਾ ਕਿ ਕਿੱਦਾਂ ਆਉਂਦੇ। ਹੁਣ ਤੁਸੀਂ ਦੇਖਦੇ ਆ ਕਿ ਉਹ ਕੂੰਜਾਂ ਜਾਂ ਕ੍ਰੇਨਸ ਜਿਹੜੀਆਂ ਆ ਉਹ ਕਿੱਥੋਂ ਅਮੈਰੀਕਾ ਤੋਂ ਵੀ ਚੱਲ ਕੇ ਇੱਥੇ ਪਹੁੰਚ ਜਾਂਦੀਆਂ ਆ, ਹੈ ਨਾ। ਤਾਂ ਇਹ ਉਹ ਏਲੀਅਨ ਸਪੀਸ਼ੀਸ ਆ, ਉਹ ਹੁਣ ਆ ਕੇ ਕਿਹਨੂੰ ਨੁਕਸਾਨ ਪਹੁੰਚਾਉਣੀ ਆ ਕਿਹਨੂੰ ਨਹੀਂ ਨੁਕਸਾਨ ਪਹੁੰਚਾਉਣੀ ਆ, ਇਹ ਡਿਪੈਂਡ ਕਰੂਗਾ। ਫਿਰ ਬੇਟਾ ਟਿੱਡੀ ਦਲ ਜਿਹੜਾ ਆਇਆ ਸੀਗਾ ਹੁਣੇ ਹੀ ਥੋੜ੍ਹੇ ਪਿਛਲੇ ਕੁ ਮਹੀਨੇ ਲੋਕਡਾਊਨ ਦੇ ਵਿੱਚ, ਉਹਨੇ ਕਿੰਨਾ ਨੁਕਸਾਨ ਪਹੁੰਚਾਇਆ। ਤਾਂ ਉਹ ਹੁੰਦੇ ਇਨਵੇਜਰ ਏਲੀਅਨ ਸਪੀਸ਼ੀਸ। ਕੁਛ ਹੁਣ ਏਲੀਅਨ ਜਿਹੜੇ ਵੀਡਸ ਮਤਲਬ ਹੁੰਦੀ ਹੈ ਜੰਗਲੀ ਬੂਟੀ। ਏਲੀਅਨ ਕੁਛ ਵੀਡਸ ਜਿਹੜੇ ਹੈਗੇ ਆ ਕੈਰਟ ਗ੍ਰਾਸ, ਇਹ ਤਾਂ ਤੁਸੀਂ ਸੁਣਿਆ ਹੀ ਆ। ਗਾਜਰ ਘਾਹ, ਲੈਂਟਾਨਾ, ਇਹ ਵੀ ਵਾਈਲਡ ਜੰਗਲੀ ਬੂਟੀ ਆ। ਵਾਟਰ ਹਾਈਸੈਂਥ, ਆਈਕੋਨੀਆ, ਜਲਕੁੰਬੀ, ਉਹ ਤੁਸੀਂ ਪੌਂਡਸ 'ਚ ਦੇਖਿਆ ਨਾ, ਛੱਪੜਾਂ 'ਚ ਉੱਪਰ ਗ੍ਰੀਨ ਥੋੜ੍ਹੇ ਵੱਡੇ ਪੱਤੇ ਹੁੰਦੇ ਆ, ਉਹ ਵਾਟਰ ਹਾਈਸੈਂਥ ਦਾ ਮਤਲਬ ਹੁੰਦਾ ਹੈ ਕਿ ਆਈਕੋਨੀਆ ਇੰਨਾ ਕੁ ਉੱਪਰ ਤਲਾਬ ਦੇ ਫੈਲ ਜਾਂਦਾ ਆ ਕਿ ਜਿਹੜੇ ਉਹਨਾਂ 'ਚ ਛੋਟੇ ਫਿਸ਼ ਜਾਂ ਐਨੀਮਲਸ ਜਾਂ ਹੋਰ ਛੋਟੇ ਪੌਦੇ ਰਹਿੰਦੇ ਆ, ਉਹਨਾਂ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਮਰਨਾ ਸ਼ੁਰੂ ਹੋ ਜਾਂਦੇ ਜੇ ਉਹਨਾਂ ਨੂੰ ਆਕਸੀਜਨ ਨਹੀਂ ਮਿਲਦੀ। ਸੋ ਇਹਨਾਂ ਨੂੰ ਆਪਾਂ ਕਹਿੰਦੇ ਏਲੀਅਨ ਵੀਡਸ ਮਤਲਬ ਜੰਗਲੀ ਬੂਟੀ। ਫਿਰ ਜੇ ਅਸੀਂ ਗੱਲ ਕਰੀਏ ਕਿ ਕੋਐਕਸਟਿੰਕਸ਼ਨ ਦਾ ਮਤਲਬ ਹੁੰਦਾ ਆ ਕਿ ਜਦੋਂ ਕੋਈ ਸਪੀਸ਼ੀਜ਼ ਐਕਸਟਿੰਕਟ ਮਤਲਬ ਮਰ ਜਾਂਦੀ ਆ, ਤਾਂ ਪਲਾਂਟ ਔਰ ਐਨੀਮਲ ਸਪੀਸ਼ੀਜ਼ ਜਿਹੜੇ ਉਹਦੇ ਐਸੋਸੀਏਸ਼ਨ 'ਚ ਹੁੰਦੇ, ਮਤਲਬ ਜਿਹੜੇ ਉਹਦੇ ਨਾਲ ਮਿਲ ਜੁਲ ਕੇ ਰਹਿੰਦੇ ਆ, ਉਹ ਵੀ ਮਰਨੇ ਸ਼ੁਰੂ, ਜਾਂ ਉਹਦੇ 'ਤੇ ਫॉर ਫੂਡ ਉਹ ਡਿਪੈਂਡੈਂਟ ਹੁੰਦੇ ਆ, ਤਾਂ ਉਹ ਵੀ ਮਰਨਾ ਸ਼ੁਰੂ ਹੋਣਗੇ। ਮੰਨ ਲਓ ਆ ਛੋਟੀ ਫਿਸ਼ ਮਰ ਗਈ, ਬੜੀ ਫਿਸ਼ ਰਹਿ ਗਈ ਤਲਾਬ 'ਚ, ਜੇ ਹੁਣ ਇਹਨੂੰ ਫੂਡ ਨਾ ਮਿਲਿਆ ਤਾਂ ਉਹ ਵੀ ਵੈਸੇ ਆ ਕਿ ਇਹਨੇ ਵੀ ਮਰਨਾ ਸ਼ੁਰੂ ਹੋਣਾ ਹੈ। ਤਾਂ ਇਹਨੂੰ ਕੋਐਕਸਟਿੰਕਸ਼ਨ ਕਹਿੰਦੇ ਆ, ਹੈ ਨਾ। ਰਲ ਮਿਲ ਕੇ ਜਿਹੜੇ ਰਹਿੰਦੇ ਆ ਉਹਨਾਂ 'ਚੋਂ ਇੱਕ ਮਰ ਗਿਆ ਤਾਂ ਉਹ ਵੀ ਵੈਸੇ ਆ ਕਿ ਦੂਜੇ ਨੇ ਵੀ ਫਿਰ ਮਰਨਾ ਹੀ ਹੈ, ਕਿਉਂਕਿ ਉਹਨੂੰ ਉਹਦਾ ਫੂਡ ਨਹੀਂ ਮਿਲਣਾ ਹੈਗਾ। ਅਗਰ ਹੋਸਟ ਫਿਸ਼ ਸਪੀਸ਼ੀਜ਼ ਬਿਕਮ ਐਕਸਟਿੰਕਟ, all those parasites found on it will also become extinct। ਮਤਲਬ ਇੱਕ ਫਿਸ਼ ਮਰ ਗਈ ਤਾਂ ਜਿੰਨੇ ਉੱਤੋਂ ਭੋਜਨ ਲੈਣ ਵਾਲੇ ਸੀ ਉਹਨਾਂ ਨੇ ਵੀ ਸਾਰਿਆਂ ਨੇ ਮਰਨਾ ਹੀ ਮਰਨਾ ਆ, ਕਿਉਂਕਿ ਉਹਨਾਂ ਨੂੰ ਫੂਡ ਨਹੀਂ ਦੇਣਾ। ਹਾਂ, ਜੇ ਅਸੀਂ ਟੇਕ ਕੇਅਰ ਕਰਕੇ ਕੰਜ਼ਰਵੇਸ਼ਨ 'ਚ ਅਸੀਂ ਪੜ੍ਹਨਾ ਆ ਕਿ ਜੇ ਅਸੀਂ ਦੇਣ ਜਾਈਏ ਫੂਡ ਫਿਰ ਉਹ ਸਰਵਾਈਵ ਕਰ ਸਕਦੇ, ਪਰ ਨੈਚੁਰਲੀ ਉਹ ਨਹੀਂ ਕਰਨਗੇ। ਫਿਰ ਗੱਲ ਆਉਂਦੀ ਹੈ ਡਿਸਟਰਬੈਂਸ ਐਂਡ ਡੀਗ੍ਰੇਡੇਸ਼ਨ। ਇਹਦੇ ਵਿੱਚ ਕੀ ਹੈ ਬੇਟਾ ਕਿ ਜਿਹੜੇ ਨੈਚੁਰਲ ਅਤੇ ਮੈਨ ਮੇਡ ਦੋ ਤਰ੍ਹਾਂ ਦੇ ਡਿਸਟਰਬੈਂਸਿਸ ਹੁੰਦੇ ਆ। ਜਾਂ ਹਿਊਮਨ ਬੀਇੰਗਸ ਜਿਹੜਾ ਡਿਸਟਰਬੈਂਸ ਕਰਦੇ ਆ ਉਹ, ਜਾਂ ਡੀਗ੍ਰੇਡੇਸ਼ਨ ਕਰਦੇ ਆ, ਉਹ ਮੈਨ ਮੇਡ ਹੋ ਗਿਆ। ਜਿਹੜਾ ਨੈਚੁਰਲੀ, ਜਿੱਦਾਂ ਹੁਣ ਆਹ ਮਹਾਂਮਾਰੀ ਆਈ, ਮਹਾਂਮਾਰੀ ਨਾਲ ਕਈ ਕਹਿ ਲਓ ਬੰਦੇ ਮਰ ਗਏ, ਤਾਂ ਇਹ ਕੀ ਹੈ, ਨੈਚੁਰਲ ਡਿਸਟਰਬੈਂਸ ਆ। ਬਿਹਾਰ 'ਚ ਹੁਣ ਹੜ੍ਹ ਆਇਆ ਹੋਇਆ, ਪਿਛਲੇ ਸਾਲ ਪੰਜਾਬ 'ਚ ਹੜ੍ਹ ਆਇਆ ਸੀਗਾ, ਭੂਕੰਪ ਆ ਜਾਂਦਾ ਆ, ਤਾਂ ਉਹਦੇ ਨਾਲ ਜਿਹੜੇ ਡੈਮੇਜ ਹੁੰਦੇ ਆ, ਡੀਗ੍ਰੇਡ ਹੁੰਦੇ ਆ, ਦੇ ਆਰ ਦਾ ਨੈਚੁਰਲ ਡੀਗ੍ਰੇਡੇਸ਼ਨ। ਅਤੇ ਜਿਹੜੇ ਬੰਦਿਆਂ ਦੇ ਦੁਆਰਾ ਤਹਿਸ-ਨਹਿਸ ਕੀਤਾ ਜਾਂਦਾ ਜਿਹੜੀ ਚੀਜ਼, ਉਹ ਹੋ ਜਾਂਦੀ ਹੈ ਮੈਨ ਮੇਡ ਡੀਗ੍ਰੇਡੇਸ਼ਨ। ਹੁਣ ਇਹ ਡੀਗ੍ਰੇਡੇਸ਼ਨ ਜਿਹੜੀ ਆ ਕੌਜ਼ ਬਾਏ, ਜਿੱਦਾਂ ਨੈਚੁਰਲ ਡੀਗ੍ਰੇਡੇਸ਼ਨ ਤਾਂ ਕਿੱਦਾਂ ਹੋ ਗਈ, ਹੜ੍ਹ ਭੂਕੰਪ ਆ ਗਿਆ, ਕਈ ਵਾਰ ਜੰਗਲਾਂ 'ਚ ਅੱਗ ਲੱਗ ਜਾਂਦੀ ਹੈ, ਜੰਗਲ ਫਾਇਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੇ ਨਾਲ ਜਾਨਵਰ ਵੀ ਮਰ ਸਕਦੇ ਆ, ਪੌਦੇ ਵੀ ਮਰ ਸਕਦੇ ਆ, ਹੈ ਨਾ। ਤਾਂ ਇਹ ਸਾਰੇ ਹੋ ਗਏ ਨੈਚੁਰਲ ਡਿਸਟਰਬੈਂਸਿਸ। ਮੈਨ ਮੇਡ ਤਾਂ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਗੱਲ ਲੋੜ ਨਹੀਂ ਹੈਗੀ।
ਟਰੀਜ਼ ਅਸੀਂ ਜਦੋਂ ਤੋੜ ਦਿੰਦੇ ਹਾਂ, ਕੱਟ ਦਿੰਦੇ ਹਾਂ ਆਪਣੇ ਮਾਲ ਬਣਾਉਣ ਲਈ, ਬਿਲਡਿੰਗਸ ਬਣਾਉਣ ਲਈ, ਹੈ ਨਾ। ਦੈਨ ਨੈਚੁਰਲ ਰਿਸੋਰਸਿਸ ਜਿਹੜੇ ਅਸੀਂ ਵਰਤੀ ਜਾ ਰਹੇ ਹਾਂ। ਬੇਟਾ ਇਨਵਾਇਰਮੈਂਟ 'ਚ ਨਾ ਤੁਹਾਨੂੰ ਥੋੜ੍ਹਾ ਜਿਹਾ ਵੀ ਆਈਡੀਆ ਹੋਵੇ ਤਾਂ ਤੁਸੀਂ ਆਪਣੇ ਮਨ ਨਾਲ ਕੁਝ ਵੀ ਲਿਖ ਸਕਦੇ ਆ। ਪੰਜਾਬੀ 'ਚ ਲਿਖਣਾ ਆ ਤੁਸੀਂ, ਸ਼ਰਤ ਇਹ ਆ ਕਿ ਸੈਂਟੈਂਸਸ ਜਿਹੜੇ ਉਹ ਸਹੀ ਬਣਾਇਓ। ਫਿਰ ਪੋਲਿਊਸ਼ਨ ਬੇਟਾ ਤੁਹਾਨੂੰ ਪਤਾ ਹੀ ਆ, ਆਪਾਂ ਇੰਨੇ ਗੱਡੀਆਂ ਚਲਾਉਂਦੇ ਆ, AC ਵਰਤਦੇ ਆ ਘਰਾਂ 'ਚ, ਦੈਨ ਰੈਫਰੀਜਰੇਟਰ ਆ ਘਰਾਂ 'ਚ, ਫਿਰ ਮੰਦਰਾਂ 'ਚ ਵਿਆਹਾਂ 'ਚ DJ ਵੱਜਦੇ ਆ। ਇਹ ਸਾਰੇ ਪੋਲਿਊਸ਼ਨ ਕੌਜ਼ ਕਰਦੇ ਆ। ਇੰਨੇ ਖਾਦਾਂ ਪਾਉਂਦੇ ਆ ਅਸੀਂ ਮਿੱਟੀ 'ਚ, ਹੈ ਨਾ, ਪੈਸਟੀਸਾਈਡਸ, ਵੀਡੀਸਾਈਡਸ, ਕੀਟਨਾਸ਼ਕ ਪਾਉਂਦੇ ਆ। ਤਾਂ ਇਹ ਸਾਰੇ ਵੀ ਕੀ ਕਰਦੇ ਆ, ਬਾਇਓਡਾਇਵਰਸਿਟੀ ਨੂੰ ਹੀ ਅਲਟੀਮੇਟਲੀ ਕਿਲ ਕਰਦੇ ਆ। ਜਿੱਦਾਂ ਸਵਾਨਸ ਹੋ ਗਈ, ਕ੍ਰੇਨਸ ਹੋ ਗਈ, ਇਹਨਾਂ ਸਾਰਿਆਂ ਨੂੰ ਨੁਕਸਾਨ ਪਹੁੰਚਦਾ ਹੈ ਪੋਲਿਊਸ਼ਨ ਨਾਲ। ਇਹ ਥੋੜ੍ਹੇ ਪੁਆਇੰਟਸ ਤੁਸੀਂ ਲਿਖ ਦੇਣੇ। ਇੰਟੈਂਸਿਵ ਐਗਰੀਕਲਚਰ, ਹੁਣ ਅਸੀਂ ਕੀ ਕਰਦੇ ਹਾਂ ਕਿ ਤੁਸੀਂ ਸਤਲੁਜ ਦਰਿਆ ਦੇ ਕੰਢੇ ਦੇਖੋ, ਜਿੱਥੇ ਕੁਝ ਸਾਲ ਪਾਣੀ ਨਹੀਂ ਆਇਆ, ਲੋਕਾਂ ਨੇ ਉੱਥੇ ਖੇਤੀ ਕਰਨੀ ਸ਼ੁਰੂ ਕਰਤੀ। ਰਾਹੋਂ ਤੋਂ ਮਾਛੀਵਾੜਾ ਜਾਓ, ਸਤਲੁਜ ਦਰਿਆ ਵਿੱਚ ਆਉਂਦਾ ਆ, ਤਾਂ ਕਿੰਨੇ ਵੱਡੇ ਖੇਤਾਂ 'ਚ ਝੋਨਾ ਵਗੈਰਾ ਲਗਾਇਆ ਹੁੰਦਾ ਆ। ਉਹਨੂੰ ਅਸੀਂ ਕਹਿੰਦੇ ਇੰਟੈਂਸਿਵ ਐਗਰੀਕਲਚਰ। ਮਤਲਬ ਗ੍ਰਾਸਲੈਂਡ 'ਚ, ਫੋਰੈਸਟ ਵੀ ਆਦੀਵਾਸੀ ਲੋਕਾਂ ਨੇ ਬਣਾਇਆ ਹੁੰਦਾ ਆ, ਆਪਣੇ ਛੋਟੇ ਕਿਆਰੇ ਉਹਨਾਂ 'ਚ, ਤਾਂ ਉਹ ਸਾਰੇ ਨੁਕਸਾਨ ਪਹੁੰਚਾਉਂਦੇ ਆ, ਨੈਚੁਰਲ ਹੈਬਿਟੇਟ ਨੂੰ ਨੁਕਸਾਨ ਪਹੁੰਚਾਉਂਦੇ ਆ, ਜਿਹਦੇ ਨਾਲ ਬਾਇਓਡਾਇਵਰਸਿਟੀ ਆਪਣੇ ਆਪ ਹੀ ਡੈਮੇਜ ਹੁੰਦੀ ਆ। ਹੁਣ ਤੁਸੀਂ ਜਿਹੜੇ ਜਿੱਦਾਂ ਫਿਲੀਪੀਨਸ ਵਗੈਰਾ ਦੇ ਐਗਜ਼ਾਮਪਲ ਨਹੀਂ ਦੇਣਾ ਚਾਹੁੰਦੇ, ਨੋ ਮੈਟਰ, ਕੋਈ ਜ਼ਰੂਰਤ ਨਹੀਂ ਹੈਗੀ, ਬਸ ਮੇਨ ਤੁਹਾਨੂੰ ਕੰਸੈਪਟ ਆਉਣਾ ਚਾਹੀਦਾ ਹੈ। ਫਿਰ ਹੈਗਾ ਆ ਫੋਰੈਸਟਰੀ ਦੀ ਗੱਲ, ਤਾਂ ਟਰੀਜ਼ ਜਿਹੜੇ ਆ ਫੋਰੈਸਟ ਅਸੀਂ ਡਿਸਟਰੋਏ ਕਰਤੇ ਆ, ਉੱਥੇ ਕਹਿ ਲਓ ਕਿ ਆਪਣੇ ਬਿਲਡਿੰਗਸ ਬਣਾਉਣ ਲਈ, ਜਾਂ ਫਿਰ ਕਈ ਵਾਰ ਕੋਈ ਇੱਦਾਂ ਦਾ ਕੀੜਾ ਮਕੌੜਾ ਆ ਜਾਂਦਾ ਆ, ਜਾਂ ਪੈਥੋਜਨਸ ਆ ਜਾਂਦੇ ਆ ਜਿਹੜੇ ਅਟੈਕ ਕਰਕੇ ਪੂਰਾ ਫੋਰੈਸਟ ਹੀ ਖ਼ਤਮ ਕਰ ਦਿੰਦੇ ਆ। ਸੋ ਇਹ ਸਾਰੇ ਅਲਟੀਮੇਟਲੀ ਲੀਡਸ ਟੂ ਦ ਡਿਪਲੀਸ਼ਨ ਆਫ ਦ ਬਾਇਓਡਾਇਵਰਸਿਟੀ ਜਾਂ ਲਾਸ ਆਫ ਦ ਬਾਇਓਡਾਇਵਰਸਿਟੀ। ਲਾਸ ਕਹਿ ਸਕਦੇ ਹਾਂ, ਐਕਸਟਿੰਕਸ਼ਨ ਆਫ ਬਾਇਓਡਾਇਵਰਸਿਟੀ ਕਹਿ ਸਕਦੇ ਹਾਂ, ਅਸੀਂ ਕੁਝ ਵੀ ਕਹਿ ਸਕਦੇ ਹਾਂ। ਫਿਰ ਹਿਊਮਨ ਐਕਟੀਵਿਟੀਜ਼ ਦੇ ਦੁਆਰਾ ਜਿਹੜਾ ਬਾਇਓਡਾਇਵਰਸਿਟੀ ਨੂੰ ਨੁਕਸਾਨ ਹੁੰਦਾ, ਉਹਨੂੰ ਕਹਿੰਦੇ ਆ ਐਂਥਰੋਪੋਜੈਨਿਕ ਕਾਜ਼ਿਸ। ਅਰਬਨਾਈਜੇਸ਼ਨ, ਮਤਲਬ ਅਸੀਂ ਪਿੰਡਾਂ ਦੀ ਬਜਾਏ ਸ਼ਹਿਰਾਂ 'ਚ ਬਹੁਤ ਜ਼ਿਆਦਾ ਕੰਸਟਰਕਸ਼ਨ ਕਰ ਲਈ, ਮਕਾਨ ਲੈ ਲਏ, ਰਹਿਣ ਲੱਗ ਪਏ, ਸਕੂਲ ਖੋਲ੍ਹ ਲਏ, ਹੌਸਪੀਟਲ ਖੋਲ੍ਹ ਲਏ, ਦਰਖਤ ਕੱਟੇ। ਫਿਰ ਐਗਰੀਕਲਚਰ, ਹੁਣ ਅਸੀਂ ਜਿਹਨੇ ਇੱਕ ਖੇਤ ਬਣਾਇਆ ਸੀ, ਕਈਆਂ ਦੇ 100 ਖੇਤ ਆ, ਕਈਆਂ ਦੇ 50 ਆ, 25 ਆ, ਤਾਂ ਇਹ ਸਾਰੇ ਐਕਸਪੈਂਸ਼ਨ ਮਤਲਬ ਵਧਣਾ ਐਗਰੀਕਲਚਰ ਦਾ, ਇਹ ਵੀ ਲੀਡ ਟੂ ਕਰਦਾ ਹੈ ਡਿਸਟਰਕਸ਼ਨ ਆਫ ਫੋਰੈਸਟ, ਬਾਇਓਡਾਇਵਰਸਿਟੀ। ਅਤੇ ਇਹ ਕੀ ਆ, ਇਹ ਮੈਨ ਮੇਡ ਫੈਕਟਰਸ ਹੈ। ਡੀਫੋਰੈਸਟੇਸ਼ਨ, ਪੋਲਿਊਸ਼ਨ, ਐਸੀਡੀਫਿਕੇਸ਼ਨ ਆਫ ਸੋਇਲ ਵਾਟਰ, ਸੋਇਲ ਇਰੋਜ਼ਨ, ਮਿੱਟੀ ਬਹਿੰਦੀ ਹੈ, ਉਹ ਵੀ। ਹੁਣ ਮਿੱਟੀ 'ਚ ਕਈ ਕੀਟਾਣੂ ਆ, ਬੈਕਟੀਰੀਆ ਰਹਿੰਦੇ ਆ, ਕਈ ਜਾਨਵਰ ਰਹਿੰਦੇ ਆ, ਹੈ ਨਾ। ਜੇ ਮੰਨ ਲਓ ਇੱਥੇ ਹੜ੍ਹ ਆ ਜਾਏ ਤਾਂ ਤੁਹਾਡੇ ਆਲੇ ਦੁਆਲੇ ਅਗਰ ਕੋਈ ਜਗ੍ਹਾ ਖਾਲੀ ਆ, ਉੱਥੇ ਕੋਈ ਹੜ੍ਹ ਆ ਜਾਏ, ਪਾਣੀ ਆ ਜਾਵੇ, ਸਨੇਕਸ, ਚੂਹੇ, ਸਾਰਿਆਂ ਦੇ ਘਰ ਤਹਿਸ ਨਹਿਸ ਹੋ ਜਾਂਦੇ ਆ ਪਾਣੀ ਭਰਨ ਨਾਲ। ਤਾਂ ਆਪਣੇ ਆਪ ਹੀ ਉਹਨਾਂ ਨੇ ਜਾਂ ਤਾਂ ਮਰ ਜਾਣਗੇ ਜਾਂ ਕਿਤੇ ਹੋਰ ਜਾਣਗੇ, ਉੱਥੇ ਵੀ ਪਤਾ ਨਹੀਂ ਉਹਨਾਂ ਨੂੰ ਪ੍ਰੋਪਰ ਜਗ੍ਹਾ ਮਿਲੂਗੀ ਕਿ ਨਹੀਂ, ਤਾਂ ਆਪਣੇ ਆਪ ਹੀ ਉਹਨਾਂ ਦੀ ਡੈਥ ਹੋ ਜਾਂਦੀ ਆ ਅਤੇ ਬਾਇਓਡਾਇਵਰਸਿਟੀ ਨੂੰ ਨੁਕਸਾਨ ਪਹੁੰਚਦਾ ਹੈ। ਮਾਈਨਿੰਗ, ਕੋਲ ਮਾਈਨਸ, ਡਿਜ਼ਰਟੀਫਿਕੇਸ਼ਨ, ਜਿਹੜੀ ਬੰਜਰ ਜ਼ਮੀਨ ਹੋ ਜਾਂਦੀ ਆ ਪਏ ਜਿੱਥੇ ਤੁਸੀਂ ਕੁਝ ਕੀਤਾ ਹੀ ਨਹੀਂ, ਡੈਜ਼ਰਟ, ਰੇਗਿਸਤਾਨ ਬਣ ਜਾਂਦਾ ਆ, ਜਾਂ ਰੇਗਿਸਤਾਨ ਦੀ ਜ਼ਮੀਨ ਜਿਹੜੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਡਿਜ਼ਰਟੀਫਿਕੇਸ਼ਨ। ਫਿਰ ਡੀਫੋਰੈਸਟੇਸ਼ਨ ਤੁਹਾਨੂੰ ਪਤਾ ਹੀ ਹੈ, ਇਹਨੂੰ ਹੁਣ ਮੈਂ ਬਾਰ ਨਹੀਂ ਦੱਸਦੀ। ਦਰਖਤ ਜਿਹੜੇ ਕੱਟ ਤੇ ਆਪਣੇ ਯੂਜ਼ ਲਈ, ਡੋਮੈਸਟਿਕ ਮਤਲਬ ਸਾਡੇ ਆਪਣੇ ਯੂਜ਼ ਲਈ, ਇੰਡਸਟਰੀਅਲ ਐਗਰੀਕਲਚਰ ਲਈ, ਉਹਨੂੰ ਕਹਿੰਦੇ ਆ ਡੀਫੋਰੈਸਟੇਸ਼ਨ। ਇਹਦੇ ਨਾਲ ਬਹੁਤ ਸਾਰੇ ਲਾਸ ਹੁੰਦਾ ਹੈ, ਹੈਬੀਟੇਟ ਆਫ ਆਰਗੈਨਿਜ਼ਮਸ, ਅਤੇ ਗਲੋਬਲ ਵਾਰਮਿੰਗ ਹੁੰਦੀ ਆ। ਇੱਥੇ ਬੇਟਾ ਇਹ ਪਾਉਣਾ ਹੈ ਗਲੋਬਲ ਵਾਰਮਿੰਗ 'ਚ ਤੁਸੀਂ।
ग्लोबल वार्मिंग, बायोडाइवर्सिटी डिप्लीशन मतलब नष्ट होना। फिर ये रिपीट ही हो गई है स्लाइड, एक तुसीं कट देनी है विचों। एसिडिफिकेशन, एसिड रेन बेटा सारिਆਂ ਨੂੰ पता है, तुसीं 8वीं 10वीं तो ही पढ़ते आ रहे हो। ਜਦੋਂ pH ਵੈਲਿਊ ਸੋਇਲ ਦੀ ਇਨਕਰੀਜ਼ ਹੋ ਜਾਂਦੀ ਆ ਪਾਣੀ ਸੋਇਲ ਅਤੇ ਪਾਣੀ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਸਿਡੀਫਿਕੇਸ਼ਨ ਆਫ ਸੋਇਲ ਐਂਡ ਵਾਟਰ। ਇਟ ਕਾਜ਼ਜ਼ ਡਿਊ ਟੂ ਐਸਿਡ ਰੇਨ, ਹੈ ਨਾ। ਹੁਣ ਐਸਿਡ ਰੇਨ ਕਿਉਂ ਹੁੰਦਾ? ਇੰਨੇ ਆਪਾਂ ਕੀਟਨਾਸ਼ਕ ਕੈਮੀਕਲ ਖਾਦਾਂ ਯੂਜ਼ ਕਰਦੇ ਹਾਂ, ਮਾਈਨਿੰਗ ਇੰਨੀ ਕਰਦੇ ਹਾਂ, ਫੈਕਟਰੀਆਂ 'ਚੋਂ ਇੰਨਾ ਧੂੰਆਂ ਨਿਕਲਦਾ ਆ, ਦੇਖੋ ਦੱਸਿਆ ਹੋਇਆ। ਤਾਂ ਉਹ ਸਾਰੇ ਐਸਿਡ ਰੇਨ ਭਾਫ ਬਣ ਕੇ ਉੱਪਰ ਚੱਲ ਜਾਂਦੇ ਆ। ਫਿਰ ਜਦੋਂ ਮੀਂਹ ਪੈਂਦਾ ਆ ਪਹਿਲਾਂ, ਉਹਦੇ ਨਾਲ ਇਹ ਸਾਰੇ ਕੈਮੀਕਲ ਕੰਪਾਊਂਡਸ ਵਗੈਰਾ, ਕਾਰਬਨ ਮੋਨੋਆਕਸਾਈਡ ਵਗੈਰਾ ਥੱਲੇ ਆਉਂਦੇ ਆ, ਤਾਂ ਉਹ ਨੁਕਸਾਨ ਪਹੁੰਚਾਉਂਦੇ ਆ। pH ਵੈਲਿਊ ਦਾ ਮਤਲਬ ਹੁੰਦਾ ਹਾਈਡਰੋਜਨ ਆਇਨ ਕੰਸਨਟ੍ਰੇਸ਼ਨ, ਹਾਈਡਰੋਜਨ ਆਇਨਸ ਦੀ ਮਾਤਰਾ ਹੈ ਨਾ। ਜਿਹੜੀ 7 ਤੋਂ ਥੱਲੇ ਹੁੰਦੀ ਆ ਉਹ ਹੋ ਗਿਆ ਐਸਿਡਿਕ, ਜਿਹੜਾ 7 ਤੋਂ ਉੱਪਰ ਹੁੰਦਾ ਆ ਉਹ ਹੋ ਗਿਆ ਅਲਕਲਾਈਨ, ALKALINE। ਜਿਹੜਾ 7 ਉਹ ਹੋ ਗਿਆ ਨਿਊਟਰਲ, NEUTRAL, ਨਿਊਟਰਲ pH। ਫਿਰ ਗੱਲ ਕਰੀਏ, ਬਹੁਤ ਸਾਰੇ ਜਿਹੜੇ ਮਾਈਕਰੋਬਸ ਹੁੰਦੇ ਆ, ਸੋਇਲ ਮਾਈਕਰੋਬਸ ਮਤਲਬ ਹੁੰਦੇ ਆ ਬੈਕਟੀਰੀਆ ਵਗੈਰਾ, ਇਨਸੈਕਟਸ, ਹੋਰ ਛੋਟੇ ਛੋਟੇ ਜਾਨਵਰ। ਇਹ ਸਾਰੇ ਐਸਿਡਿਕ ਕੰਡੀਸ਼ਨ 'ਚ ਬਹੁਤ ਜਲਦੀ ਇਹਨਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਕਰਕੇ ਬਾਇਓਡਾਇਵਰਸਿਟੀ, ਜੇ ਬਹੁਤ ਜ਼ਿਆਦਾ ਐਸਿਡਿਕ ਕੰਡੀਸ਼ਨ ਹੁੰਦੀ ਹੈ ਤਾਂ ਬਾਇਓਡਾਇਵਰਸਿਟੀ ਆਟੋਮੈਟਿਕਲੀ ਡਿਪਲੀਟ ਹੁੰਦੀ ਹੈ, ਤਹਿਸ-ਨਹਿਸ ਹੁੰਦੀ ਹੈ। ਫਿਰ ਮਾਈਨਿੰਗ ਐਕਟੀਵਿਟੀ ਮੈਂ ਬਾਰ ਦੱਸਿਆ ਇਹਨੂੰ ਉਹ ਤੁਸੀਂ ਸਮਝ ਸਕਦੇ ਹੋ। ਮਾਈਨਿੰਗ ਜਿੱਥੇ ਕੋਲੇ ਦੀਆਂ ਖਾਨਾਂ ਹੁੰਦੀਆਂ ਆ, ਹੈ ਨਾ। ਅਸੀਂ ਧਰਤੀ 'ਚੋਂ ਮਟੀਰੀਅਲ ਕੱਢੀ ਜਾਂਦੇ, ਜਿੱਦਾਂ ਲੋਹਾ ਕੱਢ ਲਿਆ, ਦੈਨ ਅਸੀਂ ਆਇਰਨ ਲੋਹਾ ਤਾਂ ਇੱਕੋ ਹੀ ਗੱਲ ਆ, ਮੈਗਨੀਜ਼ ਕੱਢ ਲਿਆ, ਮੈਗਨੀਸ਼ੀਅਮ ਕੱਢ ਲਿਆ, ਕੈਲਸ਼ੀਅਮ ਕੱਢ ਲਿਆ। ਤਾਂ ਇਹਦੇ ਨਾਲ ਨੋਨ ਰੀਨਿਊਏਬਲ ਰਿਸੋਰਸਿਸ ਵੀ ਖਤਮ ਹੁੰਦੇ ਜਾ ਰਹੇ ਆ। ਡੀਫੋਰੈਸਟੇਸ਼ਨ, ਏਅਰ ਸੋਇਲ ਨੋਇਸ ਪੋਲਿਊਸ਼ਨ, ਸੋਇਲ ਇਰੋਜ਼ਨ, ਇਹ ਫਿਰ ਆਟੋਮੈਟਿਕਲੀ ਅਲਟੀਮੇਟਲੀ ਦੇ ਲੀਡਸ ਟੂ ਬਾਇਓਡਾਇਵਰਸਿਟੀ। ਤਾਂ ਤੁਸੀਂ ਜ਼ਰੂਰੀ ਨਹੀਂ ਅਲੱਗ-ਅਲੱਗ ਪੁਆਇੰਟਸ ਬਣਾਉਣੇ ਆ, ਸਿੰਪਲੀ ਲਿਖਤਾ ਮਾਈਨਿੰਗ ਐਕਟੀਵਿਟੀ, ਇੱਕ ਲਾਈਨ ਇਹ 'ਚ ਲਿਖਤੀ, ਪਿਛਲਾ ਡੀਫੋਰੈਸਟੇਸ਼ਨ ਇੱਕ ਲਾਈਨ ਉਹ 'ਚ ਲਿਖਤੀ, ਇਸ ਤਰ੍ਹਾਂ। ਇਹ ਤਾਂ ਜਸਟ ਤੁਹਾਨੂੰ ਸਮਝਾਉਣ ਲਈ ਆ, ਤੁਸੀਂ ਸਾਂਝਾ ਇੱਕ ਆਨਸਰ ਬਣਾ ਕੇ ਲਿਖ ਸਕਦੇ ਹੋ। ਫਿਰ ਬੇਟਾ ਜਿਹੜਾ ਲਾਸਟ ਸਟੇਜ ਹੈਗਾ ਹੈ ਕਿ ਬਹੁਤ ਸਾਰੀ ਜਿੱਦਾਂ ਸਮੋਗ ਹੋ ਗਿਆ, ਦੈਨ ਇਹ ਅਸਥਮਾ ਕਰਦੇ ਆ, ਰੈਸਪੀਰੇਟਰੀ ਸਾਹ ਦੀ ਪ੍ਰੋਬਲਮ ਕਰਦੇ ਆ, ਇਹਦੇ ਨਾਲ ਵੀ ਬਾਇਓਡਾਇਵਰਸਿਟੀ ਮਰਦੀ ਆ ਜਾਂ ਖਤਮ ਹੁੰਦੀ ਆ। ਹੁਣ ਤੁਸੀਂ ਪਿਛਲੇ ਸਾਲਾਂ 'ਚ ਦੇਖਿਆ ਹੋਣਾ ਆ, ਦੀਵਾਲੀ ਦੇ ਆਲੇ ਦੁਆਲੇ ਆਪਣੇ ਵੀ ਇੱਥੇ ਉਹ ਮਿੱਟੀ ਜਿਹੀ ਦਾ ਜਾਂ ਫਿਰ ਕਲਾਊਡਸ ਜਿਹੇ ਬੱਦਲਾਂ ਦਾ ਸੀਗਾ ਪ੍ਰਕੋਪ, ਦਿੱਲੀ 'ਚ ਤਾਂ ਖਾਸ ਕਰਕੇ, ਜਿਹਦੇ ਲਈ ਫਿਰ ਕੇਜਰੀਵਾਲ ਨੇ ਔਡ ਈਵਨ ਗੱਡੀਆਂ ਚਲਾਉਣ ਦਾ ਹੁਕਮ ਦਿੱਤਾ ਸੀਗਾ, ਹੈ ਨਾ, ਤਾਂ ਕਿ ਪੋਲਿਊਸ਼ਨ ਘਟੇ। ਅਤੇ ਪਟਾਕੇ ਨਾ ਚਲਾਉਣ ਲਈ ਸੁਪਰੀਮ ਕੋਰਟ ਨੇ ਕਿਹਾ ਸੀ, ਪਰ ਲੋਕ ਤਾਂ ਚਲੋ ਨਹੀਂ ਹਟਦੇ ਹੈਗੇ, ਫਿਰ ਵੀ ਹਟ ਜਾਣਾ ਚਾਹੀਦਾ। ਤਾਂ ਇੱਦਾਂ ਦਾ ਸੀਗਾ ਨਾ, ਬੱਦਲਵਾਰੀ ਹੈ ਨਾ। ਅਕਤੂਬਰ ਨਵੰਬਰ 'ਚ ਦੀਵਾਲੀ ਆਉਂਦੀ ਹੈ, ਉਹਦੇ ਆਲੇ ਦੁਆਲੇ, ਜਾਂ ਜਦੋਂ ਪਰਾਲੀ ਸਾੜਦੇ ਆ ਖੇਤਾਂ 'ਚ ਆਪਣੇ ਕਿਸਾਨ, ਤਾਂ ਉਦੋਂ ਇਹ ਹੁੰਦਾ ਆ, ਉਹਨੂੰ ਅਸੀਂ ਸਮੋਗ ਕਹਿੰਦੇ ਹਾਂ। ਤਾਂ ਇਹ ਸਮੋਗ ਦੇ ਕਾਰਨ ਸਾਹ ਦੀਆਂ ਪ੍ਰੋਬਲਮਸ ਤਾਂ ਹੁੰਦੀਆਂ ਹੀ ਹੁੰਦੀਆਂ ਆ। ਇਹਦੇ ਨਾਲ ਜਦੋਂ ਮਰਨਾ ਆ ਬੰਦਿਆਂ ਜਾਨਵਰਾਂ ਨੇ, ਤਾਂ ਆਟੋਮੈਟਿਕਲੀ ਬਾਇਓਡਾਇਵਰਸਿਟੀ ਡਿਪਲੀਟ ਹੋਣੀ ਆ। ਫਿਰ ਇਹ 'ਚ ਹੁਣ ਪੋਲੀਥੀਨ ਵਾਲਾ ਵੀ ਤੁਸੀਂ ਪੁਆਇੰਟ ਆਪਣੇ ਮਨ ਤੋਂ ਪਾ ਸਕਦੇ ਆ ਕਿ ਜਿਹੜੀ ਅਸੀਂ ਇੰਨੀ ਪੋਲੀਥੀਨ ਵਗੈਰਾ ਸਿੱਟ ਦਿੰਦੇ, ਉਹ ਗਾਇਆਂ ਮੱਝਾਂ ਦੇ ਗਲਿਆਂ 'ਚ ਫਸ ਜਾਂਦੀ ਆ, ਸਾਹ ਉਹਨਾਂ ਨੂੰ ਆਉਂਦਾ ਨਹੀਂ, ਉਹਨਾਂ ਦੀ ਡੈਥ ਹੋ ਜਾਂਦੀ ਆ, ਤਾਂ ਉਹ ਵੀ ਇੱਕ ਕਾਰਨ ਆ। ਹੌਸਪੀਟਲ ਵੇਸਟ ਵਗੈਰਾ, ਬੇਟਾ ਆਪਣੇ ਦਿਮਾਗ 'ਚ ਜੋ ਮਰਜ਼ੀ ਲਿਖੀ ਜਾਏ, ਮੇਨ ਪੁਆਇੰਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਇਹਦੇ ਨਾਲ ਹੀ ਆਪਾਂ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਅਸੀਂ ਕੱਲ੍ਹ ਨੂੰ ਪੜ੍ਹਾਂਗੇ ਅਗਲਾ ਟੌਪਿਕ। ਗੁੱਡ ਬਾਏ, ਕੀਪ ਰਿਵਾਈਸਿੰਗ। ਜੇ ਕੋਈ ਨਹੀਂ ਸਮਝ ਆਉਂਦਾ ਤਾਂ ਬੇਟਾ ਪੁੱਛ ਲੈਣਾ ਆ।